मत जान शहगल्ली पाया, शहगल्ली पाया। माले के मारे रूप की शोभा, माले के मारे रूप की शोभा, इत मेरी जन्म गवाया, इत मेरी जन्म गवाया। मत जान शहगल्ली पाया, शहगल्ली पाया। मत जान शहगल्ली पाया, शहगल्ली पाया। तरती बीज शब्दों का, सच की आपने तने पानी अमलकार। फिसते दोज़ख मूड़े एव जानी, फिसते दोज़ख मूड़े एव जानी, फिसते दोज़ख मूड़े एव जानी। मत जान शहगल्ली पाया, शहगल्ली पाया। माले के मारे रूप की शोभा, माले के मारे रूप की शोभा, इत मेरे जन्म गवाया, इत मेरे जन्म गवाया। मत जान शहगल्ली पाया, शहगल्ली पाया, शहगल्ली पाया। एवतान चिकेड़ा एरमान मीर को, कमरे की सार नहीं मोल पाई।
और उस्ताद नित पाखिया बोले, क्यों बूझे जाना बुझाई। और उस्ताद नित पाखिया बोले, क्यों बूझे जाना बुझाई। क्यों मुझे जाना बुझाई। क्यों मुझे जाना बुझाई। मत जाए शहगल पाया, शहगल पाया। मत जाए शहगल पाया, शहगल पाया। आखिर सुनना पड़ेगी बानी, ईमान रहता माया। खस्म की नज़रें दिले पसंदे, जिन्हें कर एक दिया। खस्म की नज़रें जिन्हीं घर कैसे आया, जिन्हीं घर कैसे आया। मत जाए शहगल पाया, शहगल पाया। मत जाए शहगल पाया, शहगल पाया। सिंह करे राखे पंज करे साथी, नाउ शैतान मात घाट जाई। सिंह करे राखे पंज कर साथी, नाउ शैतान मात घाट जाई। नानक आखे राह पे चलना, माल तान किसे को संग माल तान किसे को संग आई। माल तान किसे को संग आई।
मत जान शहगल पाया, शहगल पाया। मत जान शहगल पाया, शहगल पाया। मालिक माणे रूप की शोभा, मालिक माणे रूप की शोभा। चित विधि जन मंगवाया, चित विधि जन मंगवाया। मत जान शहगल पाया, शहगल पाया। मत जान शहगल पाया, शहगल पाया। शहगल पाया, शहगल पाया। श्री राग मैला पहला कर तीजा, अमल कर तरती बीज शब्दों कर। सच की आब नित दे पानी, होए किरसाण ईमान जमाए लै। पिष्ट दोजक मूड़े एव जानी, मत जान शहगली पाया। माल कै माणै रूप की शोभा, इत विधि जन्म गवाया। रहाओ ऐब तन चिकड़ो एह मन मींड को, कमल की सार नहीं मूल पाई। पौर उस्ताद नित पाखिया बोले, क्यों बूझे जाना बुझाई। आखण सुनना पौण की बाणी, एह मन रत्ता माया। खसम की नदर दिले पसंदे, खसम की नदर दिले पसंदे। जिनी कर एक ते आया, ती कर रखे पंज कर साथी। नाव शैतान मत कट जाई, नानक आखे राह पे चलना। माल तन कितकू संजयाही, ती कर रखे पंज कर साथी। नाव शैतान मत कट जाई, नानक आखे राह पे चलना। माल तन कितकू संजयाही। साध संगत जी, ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 24 ਤੇ ਸੁਭਾਇਮਾਨ ਹੈ। ਸ਼ਬਦ ਨੂੰ ਪੜ੍ਹ ਕੇ ਸਮਝ ਪੈਂਦੀ ਹੈ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਧਰਮੀ ਆਗੂ ਨਾਲ ਵਿਚਾਰ ਗੋਸ਼ਟੀ ਹੈ। ਤਾਂ ਮੇਰੇ ਜਿਹੋ ਜਿਹੇ ਬੰਦੇ ਨੇ ਬੜੇ ਹੀ ਇੰਟਰਸਟ ਨਾਲ ਇਹ ਕਥਾ ਨੂੰ ਸੁਣਨਾ ਹੈ। ਉਹ ਯਾਰ, ਇੱਥੇ ਗੱਲ ਮੇਰੀ ਥੋੜੀ ਨਾ ਹੈ, ਧਰਮੀ ਆਗੂ ਦੀ ਚਲਦੀ ਪਈ ਹੈ। ਮਤਲਬ ਇਧਰ ਸੁਧਰਨੇ ਦੀ ਹਿਦਾਇਤ ਮੈਨੂੰ ਨਹੀਂ ਬਲਕਿ ਧਰਮੀ ਆਗੂ ਨੂੰ ਦਿੱਤੀ ਜਾ ਰਹੀ ਹੈ। ਪਰ ਬਾਣੀ ਦਾ ਇੱਕ ਫਰਮਾਨ ਹੈ, ਪਰ ਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵ ਬਾਣੀ ਦੇ ਸਿਧਾਂਤ ਸਿੱਖਿਆ ਸਭ ਤੇ ਹਰ ਵਕਤ ਲਾਗੂ ਹੁੰਦੇ ਨੇ। ਤਾਂ ਮਤਲਬ ਮੇਰੇ ਲਈ ਇਸ ਸ਼ਬਦ ਦਾ ਕੀ ਟੇਕ ਅਵੇ ਹੈ, ਆਓ ਉਹ ਸਮਝਣ ਦਾ ਯਤਨ ਕਰਦੇ ਹਾਂ। ਉਸ ਸਮੇਂ ਦਾ ਜਿਹੜਾ ਧਰਮੀ ਆਗੂ ਸੀ, ਉਹਦਾ ਮੰਨਣਾ ਸੀ ਕਿ ਮਾਲਾ ਫੇਰ ਕੇ
ਵਰਤ ਰੱਖ ਕੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਜਾਂ ਸਮਾਧੀਆਂ ਲਾ ਕੇ ਇਹੋ ਜਿਹੇ ਬਾਹਰਲੀ ਕੰਮਾਂ ਨਾਲ ਰੱਬ ਨੂੰ ਪਾਇਆ ਜਾ ਸਕਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਸਾਡੇ ਵਿੱਚ ਖਾਸ ਕਰ ਅੱਜ ਵੀ ਜਿਹੜੇ ਬਾਬਿਆਂ ਦੇ ਜਾਂ ਡੇਰਿਆਂ ਦੇ ਅਕੋਰਡਿੰਗ ਰੱਬ ਨੂੰ ਪਾਉਣ ਦਾ ਇਹੀ ਤਰੀਕਾ ਹੈ। ਇਧਰ ਇੱਕ ਗੱਲ ਵੇਖਣੀ ਪਏਗੀ, ਬੰਦਾ ਪਹਿਲਾਂ ਇੱਕ ਥਾਂ ਤੋਂ ਦੂਜੇ ਥਾਂ ਜਦ ਸਫ਼ਰ ਕਰਦਾ ਸੀ, ਤੁਰ ਕੇ ਜਾਂਦਾ ਸੀ ਤੇ ਥੱਕ ਜਾਂਦਾ ਸੀ, ਉਹ ਬੜਾ ਟਾਈਮ ਕੰਜ਼ਿਊਮਿੰਗ ਇਵੈਂਟ ਹੁੰਦਾ ਸੀ ਤੇ ਉਹਨੇ ਵਿਕਾਸ ਕੀਤਾ ਔਰ ਗੱਡੀਆਂ ਦਾ ਇਨਵੈਂਸ਼ਨ ਹੋਇਆ। ਪਹਿਲਾਂ ਬੰਦੇ ਨੇ ਕੋਈ ਮੈਸੇਜ ਇੱਕ ਥਾਂ ਤੇ ਦੂਜੇ ਥਾਂ ਭੇਜਣਾ ਹੁੰਦਾ ਜਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਭੇਜਣਾ ਹੁੰਦਾ ਤੇ ਕਦੀ ਮਹੀਨੇ ਤੇ ਕਦੇ ਦਿਨ ਲੱਗ ਜਾਂਦੇ ਸੀ। ਉਹਨੇ ਵਿਕਾਸ ਕੀਤਾ ਤੇ ਮੋਬਾਈਲਸ ਜਾਂ ਟੈਲੀਫੋਨਸ ਦੀ ਇਨਵੈਂਸ਼ਨ ਹੋਈ। ਪਹਿਲਾਂ ਬੰਦੇ ਦੇ ਘਰ ਖਾਣਾ ਜਿਹੜਾ ਹੈ ਉਹ ਚੁੱਲ੍ਹੇ ਤੇ ਬਣਦਾ ਸੀ, ਉਹਨੇ ਵਿਕਾਸ ਕੀਤਾ ਔਰ ਗੈਸ ਸਟੋਵ ਜਾਂ ovens ਦਾ ਇਨਵੈਂਸ਼ਨ ਕੀਤਾ। ਕਿੰਨੇ ਕਮਾਲ ਦੀ ਗੱਲ ਹੈ, ਦੁਨੀਆ ਦੇ ਹਰ ਫੀਲਡ ਵਿੱਚ ਡਿਵੈਲਪਮੈਂਟ ਹੈ ਪਰ ਧਰਮ ਦੇ ਖੇਤਰ ਵਿੱਚ ਕੋਈ ਵਿਕਾਸ ਨਹੀਂ। ਹਾਂਜੀ, ਅਸੀਂ ਅੱਜ ਵੀ ਇਸ ਫੀਲਡ 'ਚ ਪ੍ਰਿਮਿਟਿਵ ਜਾਂ ਕਹਿ ਲਓ ਅੰਡਰ ਡਿਵੈਲਪਡ ਹੈਗੇ। ਸਾਨੂੰ ਅੱਜ ਵੀ ਆਪਣੇ ਕਾਰਜਾਂ ਨੂੰ ਸੰਪੂਰਨ ਕਰਨ ਲਈ ਕਿਸੇ ਮਿਡਲਮੈਨ ਦੀ ਲੋੜ ਹੈ। ਸਾਨੂੰ ਕਿਹਾ ਗਿਆ ਕਿ ਬਾਣੀ ਸਾਨੂੰ ਸਮਝ ਹੀ ਨਹੀਂ ਆਣੀ, ਜੋ ਵੀ ਸਾਨੂੰ ਬੋਲਿਆ ਜਾਂਦਾ ਹੈ ਅਸੀਂ ਬਿਨਾਂ ਦਿਮਾਗ ਦੀ ਵਰਤੋਂ ਕੀਤੇ ਕੰਮ ਕਰਨ ਤੁਰ ਪੈਂਦੇ ਹਾਂ। ਇਸ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਹੈ ਕਿ ਅਸੀਂ ਆਪ ਬਾਣੀ ਨਹੀਂ ਪੜ੍ਹੀ ਔਰ ਨਾ ਹੀ ਸਮਝਣ ਦਾ ਯਤਨ ਕੀਤਾ। ਆਓ ਬਾਣੀ ਦੇ ਉਪਦੇਸ਼ ਨੂੰ ਅੱਜ ਦੇ ਸ਼ਬਦ ਤੋਂ ਸਮਝਣ ਦਾ ਯਤਨ ਕਰਦੇ ਹਾਂ। ਤੁਸੀਂ ਸਾਰੇ ਜਾਣਦੇ ਹੋ, ਰਹਾਉ ਦਾ ਜਿਹੜਾ ਬੰਦ ਹੁੰਦਾ ਹੈ ਉਹ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ। ਇਸ ਸ਼ਬਦ ਦੇ ਰਹਾਉ ਦਾ ਬੰਦ ਹੈ, ਮਤ ਜਾਣ ਸ਼ੈ ਗਲੀ ਪਾਇਆ, ਮਾਲ ਕੇ ਮਾਣੈ रूप की शोभा, इत विधि जन्म गवाया। रहाओ, मेरे ਜਿਹੋ ਜਿਹੇ ਬੰਦੇ ਦੀ ਇੱਕ ਫਿਤਰਤ ਹੈ, ਜਿੱਥੇ ਮੈਂ ਕਰਮ ਨਾ ਕਰ ਪਾਵਾਂ ਉੱਥੇ ਆਪਣੀ ਗੱਲਾਂ ਬਾਤਾਂ ਰਾਹੀਂ ਦੂਜਿਆਂ ਨੂੰ ਉਲਝਾਉਣ ਦੀ ਜਾਂ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਕਰਮ ਚੰਗੇ ਨਹੀਂ ਕਰਦਾ ਪਰ ਦਿਖਾਵੇ ਲਈ ਚੰਗਾ ਬਣਿਆ ਰਹਿੰਦਾ ਹਾਂ। ਫੋਰ ਐਗਜ਼ਾਮਪਲ, ਮੈਂ ਬੋਲਦਾ ਸਾਰਿਆਂ ਨਾਲ ਮਿੱਠਾ ਹਾਂ, ਵੱਡੀਆਂ ਵੱਡੀਆਂ ਧਰਮ ਦੀਆਂ ਗੱਲਾਂ ਵੀ ਕਰਦਾ ਹਾਂ, ਪਰ ਨਿੰਦਿਆ ਔਰ ਚੁਗਲੀ ਕੀਤੇ ਬਿਨਾ ਮੇਰਾ ਖਾਣਾ ਡਾਈਜੈਸਟ ਨਹੀਂ ਹੁੰਦਾ। ਕਿਸੇ ਨਾਲ ਚੰਗਾ ਹੁੰਦਾ ਹੋਇਆ ਵੇਖ ਕੇ ਮੇਰੇ ਢਿੱਡ 'ਚ ਦਰਦ ਹੋਣ ਲੱਗ ਪੈਂਦਾ ਹੈ, ਤਾਂ ਪਤਾ ਹੈ ਮੇਰੀ ਹਾਲਤ ਕਿਵੇਂ ਦੀ ਹੈ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕੁਸੁਦਾ ਕਾਲੀਆਂ, ਬਾਹਰ ਚਿਟਵੀਆਂ, ਰੀਸਾ ਕਰੇ ਤਿਨਾਣੀਆਂ, ਜੋ ਸੇਵੈ ਦਰ ਖੜੀਆਂ। ਭਾਵ, ਗੱਲਾਂ ਤੋਂ ਮੈਂ ਚੰਗਾ ਔਰ ਨਿਹਾਇਤੀ ਸ਼ਰੀਫ ਬਣਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਮੇਰਾ ਆਚਰਣ ਔਰ ਐਕਸ਼ਨਸ ਬੁਰੇ ਹੀ ਨੇ। ਮਨ ਤੋਂ ਮੈਂ ਖੋਟਾ ਔਰ ਕਾਲਾ ਹਾਂ, ਪਰ ਬਾਹਰੋਂ ਸਾਫ਼ ਸੁਥਰੀ ਛਵੀ ਵਾਲਾ ਚਿੱਟਾ ਪਾਣਾ ਭਾਵ ਸਭ ਨੂੰ ਰਿਝਾਉਣ ਵਾਲਾ ਸਰੂਪ ਰੱਖਦਾ ਹਾਂ ਅਤੇ ਰੀਸ ਵੀ ਉਹਨਾਂ ਦੀ ਕਰਦਾ ਹਾਂ ਜੋ ਆਲਰੇਡੀ ਰੱਬੀ ਗੁਣਾਂ ਦੇ ਧਾਰਨੀ ਹੈ। ਪਰ ਨੀਰੀਆਂ ਗੱਲਾਂ ਬਾਤਾਂ ਕਰਨ ਨਾਲ ਰੱਬੀ ਗੁਣਾਂ ਦਾ ਧਾਰਨੀ ਨਹੀਂ ਬਣਿਆ ਜਾ ਸਕਦਾ। ਮੈਂ ਸਰੀਰ ਤੇ ਸਵਾ ਮੱਲੀ, ਮੈਂ ਕੰਨਾਂ ਵਿੱਚ ਮੁੰਦਰੀਆਂ ਪਾ ਲਈਆਂ, ਮੈਂ ਨੰਗੇ ਪੈਰੀ ਗੁਰਦੁਆਰੇ ਜਾਂਦਾ ਹਾਂ, ਮੈਂ ਤੀਰਥਾਂ ਤੇ ਇਸ਼ਨਾਨ ਕਰਨ ਜਾਂਦਾ ਹਾਂ, ਸਮਾਧੀਆਂ ਲਾਉਂਦਾ ਹਾਂ। ਇਹ ਸਭ ਬੋਲਣ ਨਾਲ ਜਾਂ ਬਾਹਰੀ ਤੌਰ ਤੇ ਦਿਖਾਵਾ ਕਰਨ ਨਾਲ ਕੀ ਹੋਏਗਾ? ਕੁਝ ਵੀ ਨਹੀਂ। ਤਾਂ ਹੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਥਾਂ ਹੋਰ ਫਰਮਾ ਦਿੱਤਾ, ਗੱਲੀ ਜੋਗ ਨਾ ਹੋਈ, ਕਿ ਸਿਰਫ ਗੱਲਾਂ ਕਰਨ ਨਾਲ ਹੀ ਜੋਗ ਮਤਲਬ ਮਿਲਾਪ ਜਿਹੜਾ ਹੈ ਉਹ ਨਹੀਂ ਹੋ ਸਕਦਾ। ਮੇਰੇ ਜਿਹੋ ਜਿਹੇ ਬੰਦੇ ਆਪਣੀ ਵੈਲਥ, प्रॉपर्टी, बिलोंगिंग्स और काम दे वस आकर अपना जन्म गवा देंदे ने। माल के माणे रूप की शोभा इत विधि जन्म गवाया। जिस तरह ਅਸੀਂ ਹੁਣੇ ਹੀ ਬੱਚਿਆਂ ਤੋਂ ਸਮਝਿਆ ਕਿ ਸਾਡੀ ਹਾਲਤ ਕਿਵੇਂ ਹਾਥੀ, ਤੋਤੇ ਔਰ ਬੰਦਰ ਵਾਲੀ ਬਣ ਗਈ ਹੈ, ਪਰ ਫਿਰ ਕੁਝ ਸਵਾਲ ਖੜੇ ਹੋਣਗੇ ਕਿ ਰੱਬ ਨੂੰ ਪਾਇਆ ਕਿਵੇਂ ਜਾ ਸਕਦਾ ਹੈ? ਜੇ ਨਹੀਂ ਪਾਇਆ ਤੇ ਉਹਦੇ ਕੀ ਕਾਰਨ ਨੇ? ਆਓ ਸਮਝਣ ਦਾ ਯਤਨ ਕਰਦੇ ਹਾਂ। ਬਾਣੀ ਦਾ ਇੱਕ ਫਰਮਾਨ ਹੈ,
सर्वे एक अनेकै स्वामी, सब कट पुगवै सोई। कह रविदास हाथ पै नेरै, सहजे होए सो होई। ਭਾਵ ਅਸੀਂ ਸਾਰਿਆਂ ਵਿੱਚ ਹੀ ਰੱਬ ਜੀ ਦੀ ਜੋਤ ਹੈ ਔਰ ਉਹ ਸਾਥੋਂ ਇੱਕ ਹੱਥ ਤੋਂ ਵੀ ਨੇੜੇ ਹੈ। ਹੁਣ ਜੇ ਕੋਈ ਵਸਤੂ ਇੰਨੇ ਕਰੀਬ ਹੋਏ ਔਰ ਉਸ ਨੂੰ ਬਾਹਰ ਲੱਭਣ ਜਾਈਏ, ਇਹ ਤੇ ਕੋਈ ਗੱਲ ਨਹੀਂ ਬਣੀ। ਤੇ ਫਿਰ ਰੱਬ ਜੀ ਨੂੰ ਪਾਣਾ ਕੀ ਹੋਇਆ? ਰੱਬ ਜੀ ਨੂੰ ਪਾਣਾ ਮਤਲਬ ਆਪਣੇ ਅੰਦਰ ਰੱਬੀ ਗੁਣਾਂ ਨੂੰ ਪ੍ਰਗਟ ਕਰ ਲੈਣਾ, ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰ ਇਹ ਸਭ ਕੁਝ ਜਾਣਨ ਦੇ ਬਾਵਜੂਦ, ਸਮਝਣ ਦੇ ਬਾਵਜੂਦ ਵੀ ਦੂਰੀ ਹੈ। ਰੀਜ਼ਨ ਸਾਨੂੰ ਬੱਚਿਆਂ ਨੇ ਹੁਣੇ ਹੀ ਸਮਝਾਇਆ। ਸਾਡੀ ਹਾਲਤ ਹੋ ਗਈ ਹੈ ਅੰਮ੍ਰਿਤ ਕੌਰਾ ਭਿਖਿਆ ਮੀਠੀ, ਜਾਂ ਫਿਰ ਬਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ। ਮੈਂ ਬਿਖ ਤੋਂ, ਬੁਰੇ ਕੰਮਾਂ ਤੋਂ, ਬੈਡ ਕੁਆਲਿਟੀਜ਼ ਤੋਂ ਬਚਣਾ ਹੀ ਨਹੀਂ ਚਾਹੁੰਦਾ। ਮੈਂ ਰੱਬੀ ਗੁਣਾਂ ਨਾਲ, ਗੁੱਡ ਕੁਆਲਿਟੀਜ਼ ਨਾਲ ਲੱਗਣਾ ਹੀ ਨਹੀਂ ਚਾਹੁੰਦਾ। ਇਹ ਹੈ ਦੂਰੀ ਦੇ ਕਾਰਨ। ਮਤਲਬ ਇਹ ਨਿਕਲਿਆ ਕਿ ਰੱਬੀ ਮਿਲਾਪ ਜਾਂ ਗੁਣਾ ਭਰਪੂਰ ਜੀਵਨ ਜਿਉਣ ਲਈ ਉਦਮ ਆਪ ਕਰਨੇ ਪੈਣਗੇ। ਲਾਲਚ, ਕ੍ਰੋਧ, ਅਹੰਕਾਰ ਰੂਪੀ ਬਿਖ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਪਏਗਾ ਤੇ ਗੁਣਾ ਭਰਪੂਰ ਜ਼ਿੰਦਗੀ ਦਾ ਧਾਰਨੀ ਬਣਨਾ ਪਏਗਾ। ਔਰ ਇਸ ਦਾ ਅਸਰ ਮੇਰੇ ਆਚਰਣ ਵਿੱਚ, ਐਕਸ਼ਨਸ ਵਿੱਚ ਵੀ ਨਜ਼ਰ ਆਏ, ਨਾ ਕਿ ਸਿਰਫ ਮੇਰੀ ਗੱਲਾਂ ਵਿੱਚ ਦਿਸੇ। ਬਾਣੀ ਦੀ ਇੱਕ ਖਾਸੀਅਤ ਹੈ, ਉਹ ਸਾਡੇ ਲੈਵਲ ਤੇ ਆ ਕੇ ਸਿੱਖਿਆ ਵੰਡਦੀ ਹੈ ਤਾਂ ਕਿ ਇਟ ਬਿਕਮਸ ਈਜ਼ੀਅਰ ਫॉर ਅ ਕਾਮਨ ਮੈਨ ਲਾਈਕ ਮੀ ਟੂ ਅੰਡਰਸਟੈਂਡ ਇਟ। ਇਸ ਸ਼ਬਦ ਵਿੱਚ ਇਹੋ ਜਿਹੀ ਉਦਾਹਰਨਾਂ ਵਰਤ ਕੇ ਸਾਨੂੰ ਕੀ ਸਿੱਖਿਆ ਦੀ ਜਾ ਰਹੀ ਹੈ, ਆਓ ਸ਼ਬਦ ਦੇ ਪਹਿਲੇ ਬੰਦ ਵੱਲ ਵੇਖਦੇ ਹਾਂ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸਚ ਕੀ ਆਬ ਨਿਤ ਦੇਹ ਪਾਣੀ। ਹੋਏ ਕਿਰਸਾਨ ईमान जमाए लै, पिश्त दोजक मूड़े एव जानी। ਇੱਕ ਫਸਲ ਉਗਾਉਣ ਲਈ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀਆਂ ਹਨ? ਉਪਜਾਊ ਧਰਤੀ, ਬੀਜ, ਪਾਣੀ। ਵੇਖੋ ਕਿੰਨੀ ਕਮਾਲ ਦੀ ਗੱਲ ਹੈ। ਇੱਥੇ ਸਾਨੂੰ ਖੇਤੀ ਦੀ ਉਦਾਹਰਣ ਦੇकर ਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਅਮਲ ਕਰ ਧਰਤੀ, ਭਾਵ ਆਪਣੇ ਚੰਗੇ ਕਰਮਾਂ ਨੂੰ ਧਰਤੀ ਬਣਾ। ਸ਼ਬਦ ਭਾਵ ਸਿੱਖਿਆ ਨੂੰ ਬੀਜ ਬਣਾ ਔਰ ਸੱਚ ਨੂੰ ਪਾਣੀ ਬਣਾ ਲੈ। ਜੇ ਮੈਂ ਇਹੋ ਜਿਹਾ ਕਿਰਸਾਨ ਬਣ ਕੇ ਆਪਣੀ ਜ਼ਿੰਦਗੀ ਜੀਵਾਂਗਾ ਤਾਂ ਉਸ ਧਰਤੀ ਤੇ ਭਾਵ ਮੇਰੇ ਕਰਮਾਂ ਤੋਂ ਈਮਾਨ ਰੂਪੀ ਫਸਲ ਨੇ ਆ ਜਾਣਾ ਹੈ। ਤਾਂ ਹੋਏਗਾ ਕਿ ਜਿਉਂਦੇ ਜੀ ਮੇਰੇ ਲਈ ਇੱਥੇ ਹੀ ਸਵਰਗ ਬਣ ਜਾਏਗਾ। ਇੱਥੇ ਇੱਕ ਗੱਲ ਚੇਤੇ ਰਹੇ ਕਿ ਕੋਈ ਮਰਨ ਤੋਂ ਬਾਅਦ ਦੇ ਸਵਰਗ ਨਰਕ ਦੀ ਗੱਲ ਨਹੀਂ ਚੱਲਦੀ ਪਈ, ਬਲਕਿ ਜਿਉਂਦੀ ਜੀ ਸਵਰਗ ਨਰਕ ਦੀ ਗੱਲ ਚੱਲ ਰਹੀ ਹੈ। ਬਾਣੀ ਦਾ ਫਰਮਾਨ ਹੈ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਹਮ ਕਾਹੂ ਕੀ ਕਾਣ ਨ ਕੱਢਤੇ, ਆਪਣੇ ਗੁਰ ਪ੍ਰਸਾਦੇ। ਮਰਨ ਤੋਂ ਬਾਅਦ ਦੇ ਸਵਰਗ ਤੇ ਨਰਕ ਦੋਵੇਂ ਕਨਸੈਪਟਸ ਨੂੰ ਬਾਣੀ ਰਿਜੈਕਟ ਕਰਦੀ ਹੈ। ਐਗਜ਼ਾਮਪਲ ਵੇਖਦੇ ਹਾਂ। ਇੱਕ ਵਪਾਰੀ ਸੀ, ਉਹ ਬਿਜ਼ਨਸ ਵਿੱਚ ਬੇਈਮਾਨੀ ਕਰਦਾ ਸੀ, ਡੁਪਲੀਕੇਟ ਪ੍ਰੋਡਕਟਸ, ਵੇਇੰਗ ਸਕੇਲ ਵਿੱਚ ਗੜਬੜ, ਐਡਲਟਰੇਸ਼ਨ ਐਟਸੈਟਰਾ। ਇੱਕ ਵਾਰੀ ਫੂਡ ਡਿਪਾਰਟਮੈਂਟ ਦੀ ਉਸ ਉੱਤੇ ਰੇਡ ਪੈ ਗਈ ਔਰ ਉਹ ਫੜਿਆ ਗਿਆ, ਕਿਉਂਕਿ ਉਹ ਬਿਜ਼ਨਸ ਔਰ ਪਰਸਨਲ ਲੈਵਲ ਤੇ ਕਿਸ ਚੀਜ਼ ਦੀ ਖੇਤੀ ਕਰਦਾ ਪਿਆ ਸੀ? ਅਵਗੁਣਾ ਦੀ, ਵਿਕਾਰਾਂ ਦੀ, ਚੀਟਿੰਗ ਦੀ। ਉਸ ਤੇ ਫਾਈਨ ਲੱਗਿਆ ਔਰ ਉਹਨੂੰ ਜੇਲ੍ਹ ਵੀ ਹੋ ਗਈ। ਤਾਂ ਕੀ ਸਮਝ ਪਿਆ ਕਿ ਉਸਨੇ ਆਪਣੇ ਕਰਮਾਂ ਕਰਕੇ ਜਿਉਂਦੇ ਜੀ ਆਪਣੀ ਲਾਈਫ ਨੂੰ ਨਰਕ ਬਣਾ ਲਿਆ। ਪਰ ਜੇ ਉਸ ਵਪਾਰੀ ਵਿੱਚ ਕੰਟੈਂਟਮੈਂਟ ਹੁੰਦਾ ਔਰ ਇਮਾਨਦਾਰੀ ਨਾਲ ਆਪਣਾ ਧੰਦਾ ਕਰਦਾ ਤੇ ਉਹਦੇ ਲਾਈਫ ਨੇ ਸਵਰਗ ਵਰਗਾ ਸੋਹਣਾ ਬਣ ਜਾਣਾ ਸੀ। ਇੱਕ ਕਿਸਾਨ ਦਾ ਆਪਣੇ ਖੇਤਾਂ, ਫਸਲਾਂ ਪ੍ਰਤੀ 100% ਕਮਿਟਮੈਂਟ ਹੁੰਦਾ ਹੈ, ਤਾਂ ਜਾकर ਉਸ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ। ਜੇ ਅਸੀਂ ਮਨਮਤ ਦੀ, ਅਵਗੁਣਾ ਦੀ, ਬਿਖ ਦੀ ਖੇਤੀ ਕਰਦੇ ਰਹਾਂਗੇ ਤਾਂ ਇੱਥੇ ਹੀ ਨਰਕ ਹੈ। ਔਰ ਜੇ ਇਸ ਬੰਦ ਵਿੱਚ ਦੱਸੀ ਹੋਈ ਜਿਹੜੀ ਜੁਗਤ ਹੈ ਉਸ ਅਕੋਰਡਿੰਗ ਖੇਤੀ ਕਰਾਂਗੇ ਤਾਂ ਫਿਰ ਸਵਰਗ ਵੀ ਇੱਥੇ ਹੀ ਹੈ। ਹੁਣ ਸ਼ਬਦ ਦੇ ਅਗਲੇ ਬੰਦ ਵੱਲ ਚਲਦੇ ਹਾਂ।
ऐब तन चिकड़ो एह मन मींड को, कमल की सार नहीं मूल पाई। पौर उस्ताद नित पाखिया बोले, क्यों बूझे जाना बुझाई। भाव, मेरा तन, मेरी इंद्रियां चिक्कड़ नाल ਭਰੀਆਂ ਪਈਆਂ ਨੇ ਔਰ ਮੇਰਾ ਮੈਂਡਕ ਮਨ ਇਸ ਚਿੱਕੜ ਵਿੱਚ ਹੀ ਮਸਤ ਅਤੇ ਰੁਝਿਆ ਰਹਿੰਦਾ ਹੈ। ਅਸੀਂ ਵੇਖਦੇ ਹਾਂ ਜਿਵੇਂ ਡੱਡੂ ਚਿੱਕੜ ਵਿੱਚ ਰਹਿਣਾ ਪਸੰਦ ਕਰਦਾ ਹੈ ਔਰ ਉਸ ਦੀ ਖੁਰਾਕ ਜਿਹੜੀ ਹੁੰਦੀ ਹੈ ਉਹ ਗੰਦਗੀ ਔਰ ਜਾਲੇ ਹੁੰਦੀ ਹੈ। ਉਹ ਕਮਲ ਦੇ ਫੁੱਲ ਦੀ ਜੜਾਂ ਵਿੱਚ ਰਹਿ ਕਰ ਵੀ ਉਸ ਦੀ ਸਾਰ ਕੀਮਤ ਨੂੰ ਨਹੀਂ ਮਾਣ ਪਾਉਂਦਾ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਹੋਰ ਸਮਝਾਉਂਦੇ ਨੇ, ਦਾਦਰ ਤੂੰ ਕਬੇ ਨ ਜਾਣਸ ਰੇ, ਪਕਸ ਸਿਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨ ਲਖਸ ਰੇ ਰਹਾਉ। ਭਾਵ, हे ਮੇਰੇ ਡੱਡੂ ਹੋਏ ਮਨ, ਤੂੰ ਕਦੀ ਨਹੀਂ ਸਮਝਦਾ ਜਿਸ ਤਰ੍ਹਾਂ ਇੱਕ ਡੱਡੂ ਮੈਲ ਤੋਂ ਰਹਿਤ ਜਲ ਵਿੱਚ ਰਹਿ ਕੇ ਵੀ ਜਾਲਿਆਂ ਨੂੰ ਆਪਣੀ ਖੁਰਾਕ ਬਣਾਉਂਦਾ ਹੈ, ਠੀਕ ਉਸੇ ਤਰ੍ਹਾਂ हे ਮੇਰੇ ਡੱਡੂ ਹੋਏ ਮਨ, ਤੈਨੂੰ ਵੀ ਗੁਰੂ ਦੀ ਸਿੱਖਿਆ ਦਾ ਐਕਸੈਸ ਹੁੰਦੇ ਹੋਏ ਵੀ ਵਿਕਾਰਾ ਰੂਪੀ ਜਾਲੇ ਹੀ ਪਸੰਦ ਆਉਂਦੇ ਨੇ। ਮੇਰਿਆ ਮਨਾ, ਤੂੰ ਵੀ ਡੱਡੂ ਵਾਂਗ ਕਦੇ ਇਸ ਅੰਮ੍ਰਿਤ ਵਰਗੀ ਸਿੱਖਿਆ ਦੀ ਕਦਰ ਹੀ ਨਾ ਪਾ ਸਕਾ। ਇਹ ਸ਼ਬਦ ਅਸੀਂ ਵਿਸਤਾਰ ਵਿੱਚ ਪਿਛਲੀ ਕਲਾਸਿਸ ਵਿੱਚ ਡਿਸਕਸ ਕੀਤਾ ਹੋਇਆ ਹੈ। ਤੇ ਕਮਿੰਗ ਬੈਕ ਟੂ ਸ਼ਬਦ, ਇੱਥੇ ਕਿਹਾ ਜਾ ਰਿਹਾ ਹੈ, ਡੱਡੂ ਤੋਂ ਚੰਗਾ ਤਾਂ ਪੌਰਾ ਹੁੰਦਾ ਹੈ। ਇਧਰ ਪੌਰੇ ਨੂੰ ਉਸਤਾਦ ਵੀ ਕਿਹਾ ਗਿਆ ਹੈ, ਕਿਉਂਕਿ ਭਾਵੇਂ ਉਹ ਚਿੱਕੜ ਵਿੱਚ ਨਿਵਾਸ ਨਹੀਂ ਕਰਦਾ ਪਰ ਸਿੱਧੇ ਆ ਕੇ ਕਮਲ ਦੇ ਫੁੱਲ ਤੇ ਬੈਠਦਾ ਹੈ ਔਰ ਉਹਦਾ ਰਸ ਮਾਣਦਾ ਹੈ। ਮੇਰੇ ਜਿਹੋ ਜਿਹਾ ਬੰਦਾ ਗੁਰਦੁਆਰੇ ਜਾਂਦਾ ਹੈ, ਨਾ ਜਾਣੇ ਕਿੰਨੇ ਹੀ ਪਾਠ ਕਰਦਾ ਹੈ, ਬਾਣੀ ਪੜਦਾ ਹੈ, ਪਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਕੋਈ ਚੰਗਾ ਜਾਂ ਚੱਜ ਦਾ ਬਦਲਾਵ ਨਹੀਂ ਹੈ। ਬਾਣੀ ਪੜ੍ਹ ਕੇ ਸਮਝ ਕੇ ਉਸ ਤੋਂ ਸਹਿਦ ਲੈਣ ਦੀ ਗੱਲ ਤੇ ਬੜੀ ਦੂਰ ਦੀ ਹੈ। ਉਸ ਦਾ ਕਾਰਨ ਹੈ ਮੇਰਾ ਮਨ। ਹੁਣ ਮੰਨ ਲਓ ਅਸੀਂ ਆਪਣੀ ਮੈਲੀ ਹੋਈ ਗੱਡੀ ਨੂੰ ਸਰਵਿਸ ਸਟੇਸ਼ਨ ਵਿੱਚ ਵਾਸ਼ ਕਰਨ ਲਈ ਭੇਜੀਏ ਔਰ ਸਾਨੂੰ ਗੱਡੀ ਸਰਵਿਸਿੰਗ ਤੋਂ ਬਾਅਦ ਵੀ ਸੇਮ ਮੈਲੀ ਹੋਈ ਕੰਡੀਸ਼ਨ ਵਿੱਚ ਹੀ ਮਿਲੇ, ਤਾਂ ਸਾਡਾ ਕੀ ਰਿਐਕਸ਼ਨ ਹੋਣਾ ਹੈ? ਸਾਡਾ ਫਰਸਟ ਰਿਐਕਸ਼ਨ ਹੋਏਗਾ, ਇਸ ਤੋਂ ਚੰਗਾ ਤੋਂ ਗੱਡੀ ਨੂੰ ਸਰਵਿਸ ਤੇ ਦਿੰਦੇ ਹੀ ਨਹੀਂ। ਹੁਣ ਇਧਰ ਜਿਹੜੀ ਗੱਡੀ ਹੈ ਉਹ ਅਸੀਂ ਹਾਂ ਔਰ ਸਾਡੇ ਜਿਹੜੇ ਰਿਚੁਅਲਸ ਨੇ ਉਹ ਹੈ ਸਰਵਿਸ ਸਟੇਸ਼ਨ, ਮਤਲਬ ਜ਼ੀਰੋ ਆਊਟਪੁੱਟ। ਇਸ ਬੰਦ ਵਿੱਚ ਦੱਸਿਆ ਗਿਆ ਹੈ ਕਿ ਮੇਰੇ ਡੱਡੂ ਹੋਏ ਮਨ ਨੂੰ ਵਿਕਾਰਾਂ ਦਾ ਐਬਾ ਰੂਪੀ ਚਿੱਕੜ ਦਾ ਚਸਕਾ ਹੈ, ਜਿਹਦੇ ਕਾਰਨ ਮੈਂ ਕਦੀ ਕਮਲ ਰੂਪੀ ਚੰਗੇ ਗੁਣਾਂ ਦੀ ਸਾਰ ਹੀ ਨਾ ਪਾ ਸਕਿਆ। ਇਧਰ ਪੌਰਾ ਹੈ ਮੇਰੀ ਸੱਚੀ ਵਿਚਾਰਧਾਰਾ, ਜੋ ਕਿ ਮੈਨੂੰ ਅੰਦਰੋਂ ਪੁਕਾਰ ਕੇ ਰੋਜ਼ ਕਹਿੰਦੀ ਹੈ, ਜਿਸ ਤੋਂ ਸਿੱਖਿਆ ਲੈ ਕੇ ਮੈਨੂੰ ਇੱਕ ਚੰਗੇ ਗੁਣਾਂ ਦਾ ਧਾਰਨੀ ਬਣਨਾ ਸੀ, ਆਪਣੇ ਆਪ ਨੂੰ ਗਲਤ ਪਾਸੋਂ ਜਾਣ ਤੋਂ ਰੋਕਣਾ ਸੀ। ਡੱਡੂ ਮਨ ਨੇ ਵਿਕਾਰਾ ਰੂਪੀ ਚਿੱਕੜ ਨਾਲ ਪਿਆਰ ਪਾ ਲਿਆ, ਇਸ ਕਰਕੇ ਮੈਂ ਚੰਗੀ ਸਿੱਖਿਆ ਤੋਂ ਵਾਂਝਾ ਰਹਿ ਗਿਆ, ਜਿਸ ਦਾ ਇਸ ਬੰਦ ਵਿੱਚ ਜ਼ਿਕਰ ਹੈ ਕਿ ਮੈਂ ਉਸ ਨੂੰ ਬੂਝਣਾ ਨਹੀਂ ਚਾਹੁੰਦਾ। ਮੰਨ ਲਓ ਇੱਕ ਕਲਾਸ ਵਿੱਚ ਇੱਕ ਬੜਾ ਹੀ ਲਾਇਕ ਉਸਤਾਦ ਜਾਂ ਟੀਚਰ ਪੜ੍ਹਾ ਰਿਹਾ ਹੋਵੇ ਔਰ ਕਲਾਸ ਦੇ ਸਾਰੇ ਸਟੂਡੈਂਟਸ ਸੁੱਤੇ ਪਏ ਹੋਣ। ਟੀਚਰ ਦੇ ਲਾਇਕ ਹੋਣ ਦਾ ਕੀ ਫਾਇਦਾ ਜਦ ਪੂਰੀ ਕਲਾਸ ਹੀ ਸੁੱਤੀ ਪਈ ਹੋਏ? ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕਿ ਕਿਧਰ ਸਾਡੇ ਵੀ ਹਾਲਾਤ ਇਹੋ ਜਿਹੇ ਤੇ ਨਹੀਂ। ਸ਼ਬਦ ਦਾ ਅਗਲਾ ਬੰਦ, ਆਖਣ ਸੁਣਨਾ ਪੌਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੇ ਪਸੰਦੇ, ਜਿਨੀ ਕਰ ਏਕ ਤੇ ਆਇਆ। ਇਧਰ ਮੇਰੀ ਗੱਲ ਚੱਲਦੀ ਪਈ ਹੈ ਕਿ ਜੋ ਵੀ ਸਿੱਖਿਆਵਾਂ ਚੀਜ਼ਾਂ ਮੈਂ ਸੁਣੀਆਂ ਉਹ ਹਵਾ ਹੋ ਗਈਆਂ ਹਨ। ਭਾਵ, ਚੰਗਾ ਬੋਲਿਆ ਔਰ ਸੁਣਿਆ ਇਸ ਦਾ ਲਾਹਾ ਮੇਰੇ ਜਿਹੋ ਜਿਹਾ ਬੰਦਾ ਨਹੀਂ ਖੱਟ ਸਕਿਆ, ਕਿਉਂਕਿ ਉਸ ਵੱਲ ਧਿਆਨ ਨਹੀਂ ਸੀ। ਅਸੀਂ ਆਮ ਤੌਰ ਤੇ ਜੇ ਕੋਈ ਕੰਮ ਕਰਨਾ ਭੁੱਲ ਜਾਈਏ ਜਾਂ ਕਿਸੇ ਗੱਲ ਨੂੰ ਨਾ ਸੁਣ ਸਕੀਏ ਤਾਂ ਅਕਸਰ ਬੋਲਦੇ ਹਾਂ, ਉਹ ਸੌਰੀ ਮੇਰਾ ਧਿਆਨ ਨਹੀਂ ਸੀ। ਇਸੀ ਤਰ੍ਹਾਂ ਮੇਰੇ ਜਿਹੋ ਜਿਹੇ ਬੰਦੇ ਦਾ ਧਿਆਨ ਕੰਟੀਨਿਊਸਲੀ ਮਾਇਆ ਵਿੱਚ ਹੀ ਰਹਿੰਦਾ ਹੈ, ਤਾਂ ਗੁਰੂ ਦੀ ਗੱਲ ਜਾਂ ਸਿੱਖਿਆ ਨੇ ਤੇ ਵੈਸੇ ਵੀ ਉੜ ਜਾਣਾ ਹੈ। ਮੇਰੇ ਲਈ ਗੁਰੂ ਦਾ ਗਿਆਨ ਮਾਨੋ ਹਵਾ ਹੈ ਜੋ ਇੱਕ ਕੰਨ ਤੋਂ ਐਂਟਰ ਹੋ ਕੇ ਦੂਜੇ ਕੰਨੋਂ ਬਾਹਰ ਨਿਕਲ ਜਾਂਦਾ ਹੈ, ਕਿਉਂਕਿ ਅਸੀਂ ਅਕਸਰ ਮੰਨ ਲੈਂਦੇ ਹਾਂ ਕਿ ਬਾਣੇ ਵਿੱਚ ਮੇਰੀ ਥੋੜੀ ਨਾ ਕਿਸੇ ਹੋਰ ਦੀ ਗੱਲ ਚੱਲਦੀ ਪਈ ਹੈ। ਅਸੀਂ ਤੇ ਵੈਸੇ ਵੀ ਸਭ ਦੁੱਧ ਨਾਤੇ ਔਰ ਸ਼ਰੀਫ ਹੈਗੇ, ਤਾਂ ਹੀ
ਅਸੀਂ ਜਿਹੜਾ ਹੈ ਬਾਣੀ ਨੂੰ ਆਪਣੇ ਆਪ ਤੇ ਨਹੀਂ ਟੁਕਾਉਂਦੇ ਔਰ ਦੂਜਿਆਂ ਤੇ ਟੁਕਾ ਕੇ ਸਾਨੂੰ ਬੜਾ ਮਜ਼ਾ ਆਉਂਦਾ ਹੈ। ਇਧਰ ਸਾਡੀ ਹਾਲਤ ਵੇਖ ਕੇ ਇੱਕ ਲਾਈਨ ਚੇਤੇ ਆਉਂਦੀ ਹੈ, हजारों ऐब तलाशते हैं हम दूसरों के दामन में, अपने किरदार में हम फरिश्ते हों जैसे। वैसे ਜਿਹੜਾ ਕਦੀ ਕਿਸੇ ਨੂੰ ਪਾਰ ਲੰਘਣਾ ਹੋਏ ਨਾਵ ਤੇ ਇੱਕ ਹੀ ਬੇੜੀ ਤੇ ਬੈਠ ਕੇ ਪਾਰ ਲੰਘਿਆ ਜਾ ਸਕਦਾ ਹੈ। ਤੇ ਹੁਣ ਡਿਸਾਈਡ ਸਾਨੂੰ ਕਰਨਾ ਹੈ ਕਿ ਉਹ ਬੇੜੀ ਮਾਇਆ ਦੀ ਹੋਏਗੀ ਜਾਂ ਗਿਆਨ ਦੀ। ਕਿਸੇ ਨੂੰ ਭੁਲੇਖਾ ਨਾ ਰਹੇ ਤਾਂ ਇੱਥੇ ਦੱਸਣਾ ਚਾਹਾਂਗਾ ਕਿ ਬਾਣੀ ਦੇ ਆਧਾਰ ਤੇ ਜੇ ਮੈਨੂੰ ਪੈਸਾ, ਘਰ, ਪਰਿਵਾਰ, ਰਿਸ਼ਤੇ ਡੁਐਲਿਟੀ ਵਿੱਚ ਨਹੀਂ ਲੈ ਕੇ ਜਾਂਦੇ, ਵਿਕਾਰਾਂ ਨੂੰ ਨਹੀਂ ਉਪਜਾਉਂਦੇ ਤਾਂ ਇਹ ਸਭ ਮਾਇਆ ਨਹੀਂ ਹਨ। ਪਰ ਜੇ ਇੱਕ ਕਾਂ ਦੀ ਪੁੱਲੀ ਵਿੱਚ ਵੀ ਮੇਰਾ ਈਮਾਨ ਡੋਲ ਜਾਏ ਤਾਂ ਉਹ ਮੇਰੇ ਲਈ ਮਾਇਆ ਬਣ ਜਾਂਦੀ ਹੈ। ਬਾਣੀ ਦਾ ਫਰਮਾਨ ਹੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਾਉ ਦੂਜਾ ਲਾਇਆ। ਹਰ ਉਹ ਚੀਜ਼, ਆਦਤ, ਗੁਣ ਜਿਹਦੇ ਕਾਰਨ ਮੈਂ ਰੱਬੀ ਗੁਣਾਂ ਨੂੰ, ਗੁੱਡ ਕੁਆਲਿਟੀਜ਼ ਨੂੰ ਵਿਸਰ ਜਾਂਦਾ ਹਾਂ, ਉਹ ਮੇਰੇ ਲਈ ਮਾਇਆ ਹੈ। ਜੇ ਮੈਂ ਮਾਇਆ ਨੂੰ ਵਿਸਰ ਕੇ ਚੰਗੇ ਗੁਣਾਂ ਦਾ ਸਿਮਰਨ ਕਰਾਂਗਾ, ਭਾਵ ਉਸ ਦਾ ਤਾੜ ਨਹੀਂ ਬਣ ਜਾਵਾਂਗਾ, ਤਾਂ ਮੇਰੀ ਜਿਹੜੀ ਅਵਸਥਾ ਹੈ ਉਹ ਦਿਲੇ ਪਸੰਦੇ ਵਾਲੀ ਹੋ ਜਾਏਗੀ। ਦਿਲੇ ਪਸੰਦੇ ਉਹ ਹੈ ਜੋ ਗੁਰਮਤ ਦੀ ਕਸਵੱਟੀ ਤੇ ਪ੍ਰਵਾਨ ਹੋ ਜਾਏ, ਪਰ ਉਹਦੇ ਲਈ ਇੱਕ ਕੰਡੀਸ਼ਨ ਹੈ, ਜਿਨੀ ਕਰ ਏਕ ਧਿਆਇਆ। ਭਾਵ ਜੇ ਮੈਨੂੰ ਪ੍ਰਵਾਨ ਹੋਣਾ ਹੈ ਉਹਦੇ ਲਈ ਯਤਨ ਵੀ ਆਪ ਕਰਨੇ ਪੈਣਗੇ, ਤਾਂ ਹੀ ਖਸਮ ਦੀ ਨਦਰ ਮਤਲਬ ਦਇਆ ਦਾ ਪਾਤਰ ਬਣਿਆ ਜਾ ਸਕਦਾ ਹੈ। ਜੇ ਕੋਈ ਬੰਦਾ ਬੋਲੇ ਮੇਰੇ ਉੱਤੇ ਖਸਮ ਦੀ ਨਦਰ ਹੁੰਦੀ ਹੀ ਨਹੀਂ, ਤਾਂ ਇਸ ਨੂੰ ਐਗਜ਼ਾਮਪਲ ਰਾਹੀਂ ਸਮਝਦੇ ਹਾਂ। ਜਦ ਮੀਂਹ ਪੈਂਦਾ ਹੈ ਉਹ ਬਿਨਾਂ ਵਿਤਕਰੇ ਤੋਂ ਹਰ ਥਾਂ ਵਰਸਦਾ ਹੈ। ਜਦ ਉਪਜਾਊ ਜ਼ਮੀਨ ਤੇ ਵਰਸਦਾ ਹੈ ਤਾਂ ਉੱਥੇ ਕੀ ਹੋ ਜਾਏਗਾ, ਉੱਥੇ ਜਿਹੜਾ ਹੈ ਖੇਤੀ ਉਪਜ ਪੈਂਦੀ ਹੈ। ਪਰ ਜਦ ਉਹੀ ਮੀਂਹ ਕਿਸੇ ਰੇਤੀਲੇ ਮੈਦਾਨ ਤੇ ਵਰਸੇਗਾ ਤਾਂ ਉੱਥੇ ਹੀ ਉਹਨੇ ਖਤਮ ਹੋ ਜਾਣਾ ਹੈ। ਠੀਕ ਉਸੇ ਤਰ੍ਹਾਂ ਰੱਬੀ ਗੁਣਾਂ ਦੀ ਜਿਹੜੀ ਬਰਸਾਤ ਹੈ ਉਹ ਸਾਰਿਆਂ ਉੱਤੇ ਬਿਨਾਂ ਵਿਤਕਰੇ ਦੇ ਹੁੰਦੀ ਹੈ। ਹੁਣ ਜਿਹੋ ਜੀ ਸਾਡੇ ਮਨ ਦੀ ਧਰਤੀ ਹੋਏਗੀ, ਉਹੋ ਜਿਹਾ ਜਿਹੜਾ ਹੈ ਉਸ ਬਰਸਾਤ ਦਾ ਅਸਰ ਪਏਗਾ। ਤਾਂ ਕਿਹਾ ਜਾ ਸਕਦਾ ਹੈ ਕਿ ਖਸਮ ਦੀ ਨਦਰ ਆਪਣੇ ਉੱਤੇ ਕਰਾਉਣ ਲਈ ਆਪ ਮਨ ਨੂੰ ਗੁਣਾਂ ਨਾਲ ਉਪਜਾਣਾ ਪਏਗਾ, ਆਪ ਐਫਰਟਸ ਕਰਨੇ ਪੈਣਗੇ। ਤੇ ਹੁਣ ਸ਼ਬਦ ਦਾ ਅਖੀਰਲਾ ਬੰਦ, ਤੀ ਕਰ ਰੱਖੇ ਪੰਜ ਕਰ ਸਾਥੀ, ਨਾਉ ਸ਼ੈਤਾਨ ਮਤ ਕਟ ਜਾਈ। ਨਾਨਕ ਆਖੈ ਰਾਹ ਪੈ ਚਲਣਾ, ਮਾਲ ਧਨ ਕਿਤ ਕੂ ਸੰਜਿਆਹੀ। ਇਧਰ ਗੱਲ ਚੱਲਦੀ ਪਈ ਹੈ ਕਿ ਸਿਰਫ 30 ਰੋਜ਼ੇ ਰੱਖਣ ਨਾਲ ਜਾਂ 5 ਵਾਰੀ ਨਮਾਜ਼ ਅਦਾ ਕਰਨ ਨਾਲ, ਭਾਵ ਸਿਰਫ ਬਾਹਰਲੀ ਕਰਮਾ ਕਰਕੇ ਅੰਦਰੋਂ ਵਿਕਾਰਾ ਰੂਪੀ ਸ਼ੈਤਾਨ ਨੇ ਨਹੀਂ ਮੁਕਣਾ ਔਰ ਸਹਿਜ ਨੇ ਨਹੀਂ ਆਉਣਾ। ਅਨੇਕੋਂ ਹੀ ਲੋਕ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਕਰਕੇ ਤੁੜ ਚੁੱਕੇ ਹਨ ਔਰ ਥੱਕ ਗਏ ਹਨ। ਇਧਰ ਇੱਕ ਚੀਜ਼ ਚੇਤੇ ਰਹੇ ਕਿ ਇਹ ਬੰਦ ਉਹਨਾਂ ਤੇ ਵੀ ਐਪਲੀਕੇਬਲ ਹੈ ਜੋ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਪਏ ਹਾਂ। ਅਸੀਂ ਬਾਣੀ ਵਿੱਚ ਅਕਸਰ ਪੜ੍ਹਦੇ ਹਾਂ, ਕਰਮੀ ਸਹਿਜ ਨ ਉਪਜੈ, ਵਿਣ ਸਹਿਜੇ ਸਹਿਸਾ ਨ ਜਾਏ। ਨਾ ਜਾਏ ਸਹਿਸਾ ਕੀਤੈ ਸੰਜਮ, ਰਹੇ ਕਰਮ ਕਮਾਏ। ਜਿਸ ਤਰ੍ਹਾਂ ਅਸੀਂ ਅੱਜ ਡਿਸਕਸ ਕੀਤਾ, ਇਹਨਾਂ ਸਾਰੀਆਂ ਗੱਲਾਂ ਨੂੰ, ਐਗਜ਼ਾਮਪਲਸ ਨੂੰ ਆਪਣੇ ਉੱਤੇ ਟੁਕਾ ਕੇ ਵੇਖਣਾ ਹੈ ਕਿ ਅਸੀਂ ਕੋਈ ਵੀ ਬਾਹਰਲੇ ਕੰਮ ਨਹੀਂ ਕਰਦੇ। ਗੁਰਮਤ ਦੇ ਉਲਟ ਸਾਡੇ ਫਿਜ਼ੀਕਲ ਤੀਰਥਾਂ ਦੇ ਟ੍ਰਿਪਸ, ਬਾਬਿਆਂ ਡੇਰਿਆਂ ਦੇ ਅੱਗੇ ਨਕ ਰਗੜਾਈ, ਗਿਣਤੀ ਮਿੰਤੀ ਦੇ ਪਾਠ, ਬਾਣੀ ਦੀ ਤੁਕਾਂ ਨੂੰ ਰਸਮ ਪੂਰਤੀ ਲਈ ਯੂਜ਼ ਕਰਨਾ, ਫੋਟੋ ਵਰਸ਼ਿਪ ਜਾਂ ਆਈਡਲ ਵਰਸ਼ਿਪ ਕਰਨੀ, ਚਲਿਏ ਸੁਖਨੇ, ਲਿਸਟ ਵੈਸੇ ਬਹੁਤ ਲੰਬੀ ਹੈ, ਜੇ ਉਹ ਅਸੀਂ ਡਿਸਕਸ ਕਰਨ ਬੈਠੇ ਤੇ ਕਲਾਸ ਦਾ ਟਾਈਮ ਮੁੱਕ ਜਾਣਾ ਹੈ। ਤੇ ਅਖੀਰ ਵਿੱਚ ਗੁਰੂ ਮਹਾਰਾਜ ਸਮਝਾਉਂਦੇ ਨੇ, ਜੇ ਮੈਨੂੰ ਸਮਝ ਆ ਜਾਏ ਕਿ ਕਿਹੜੇ ਰਾਹ ਤੇ ਤੁਰਨਾ ਹੈ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਭਾਵ ਸ਼ਬਦ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਜੀਵਨ ਬਤੀਤ ਕਰਨਾ, ਗੁਰੂ ਦੀ ਸਿੱਖਿਆ ਲੈ ਕੇ, ਉਹਦੇ ਉਪਦੇਸ਼ ਲੈ ਕੇ ਆਪਣੇ ਆਪ ਨੂੰ ਸਰੈਂਡਰ ਕਰਕੇ ਉਸ ਨੂੰ ਭਲਾ ਮੰਨਣਾ। ਇਹ ਹੋਣ ਤੋਂ ਬਾਅਦ ਮੈਨੂੰ ਆਪ ਸਮਝ ਆ ਜਾਏਗਾ ਕਿ ਧੱਕੇ ਨਾਲ ਕਮਾਈ ਹੋਈ ਚੀਜ਼ ਜਾਂ ਵਿਕਾਰਾ ਰੂਪੀ ਤਨ ਨੂੰ ਜੋੜ ਕੇ ਸੰਜੋ ਕੇ ਕੁਝ ਵੀ ਹਾਸਿਲ ਨਹੀਂ ਹੋਣਾ, ਕਿਤ ਕੂ ਸੰਜਿਆਹੀ।
ਔਰ ਮੇਰੇ ਕਰਮਾਂ ਨੇ ਸ਼ਬਦ ਗੁਰੂ ਦੀ ਦੱਸੀ ਰਾਹ ਤੇ ਤੁਰ ਕੇ ਆਪ ਸਵਰ ਜਾਣਾ ਹੈ। ਕਿਉਂਕਿ ਜੇ ਕੀਤੇ ਹੋਏ ਕੰਮਾਂ ਦਾ ਬਿਰਥੀ ਤੇ ਕੋਈ ਪੋਜ਼ਿਟਿਵ ਇੰਪੈਕਟ ਨਾ ਹੋਇਆ ਤੇ ਔਰ ਜੀਵਨ ਵਿੱਚ ਕੋਈ ਸੁਧਾਰ ਨਾ ਆਇਆ ਤੇ ਇਹਨਾਂ ਸਭ ਐਕਸ਼ਨਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਅਸੀਂ ਅੱਜ ਸਮਝਿਆ ਕਿ ਨੀਰੀਆਂ ਗੱਲਾਂ ਜਾਂ ਦਿਖਾਵਿਆਂ ਨਾਲ ਜ਼ਿੰਦਗੀ ਦਾ ਸੁਧਾਰ ਨਹੀਂ ਹੋਣਾ। ਰੱਬੀ ਗੁਣਾਂ ਦਾ ਧਾਰਨੀ ਹੋਣ ਲਈ ਸਾਨੂੰ ਆਪ ਯਤਨ ਕਰਨੇ ਪੈਣਗੇ। ਵਿਕਾਰਾਂ ਰੂਪੀ ਬਿਖ ਨੂੰ ਛੱਡ ਕੇ ਅੰਮ੍ਰਿਤ ਰੂਪੀ ਗੁੱਡ ਕੁਆਲਿਟੀਜ਼ ਨੂੰ ਅਪਣਾਣਾ ਪਏਗਾ। ਇੱਕ ਕਿਸਾਨ ਦੀ ਤਰ੍ਹਾਂ ਚੰਗੇ ਗੁਣਾਂ ਦੀ ਖੇਤੀ ਕਰਨੀ ਹੈ ਔਰ ਇੱਕ ਪੌਰੇ ਦੀ ਤਰ੍ਹਾਂ ਕਮਲ ਰੂਪੀ ਗੁੱਡ ਕੁਆਲਿਟੀਜ਼ ਦਾ ਆਨੰਦ ਮਾਣਨਾ ਹੈ। ਖਸਮ ਦੀ ਨਜ਼ਰ ਨੂੰ ਪਾਉਣ ਲਈ ਆਪ ਯਤਨ ਕਰਨੇ ਪੈਣਗੇ। ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਜਿਹੜਾ ਹੈ ਉਹ ਕੰਮ ਕਰਨੇ ਹੈ ਜਿਨ੍ਹਾਂ ਕਾਰਨ ਲਾਈਫ ਵਿੱਚ ਇੱਕ ਪੋਜ਼ਿਟਿਵ ਚੇਂਜ ਆਏ। ਪਰ ਇਹ ਪੋਸੀਬਲ ਤਾਂ ਹੀ ਹੋ ਪਾਏਗਾ ਜਦ ਬਾਣੀ ਅਸੀਂ ਆਪ ਪੜਾਂਗੇ ਔਰ ਸਿੱਖਾਂਗੇ ਔਰ ਗੁਰੂ ਮਹਾਰਾਜ ਦੀ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗੇ, ਤਾਂ ਕਿ ਅਸੀਂ ਜ਼ਿੰਦਗੀ ਵਿੱਚ ਇੱਕ ਬਿਹਤਰ ਇਨਸਾਨ ਬਣ ਕੇ ਸੋਸਾਇਟੀ ਵਿੱਚ ਆਪਣਾ ਕੰਟਰੀਬਿਊਸ਼ਨ ਪਾ ਸਕੀਏ। ਹੋਈਆਂ ਅਨੇਕ ਭੁੱਲਾਂ ਦੀਆਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।